ਤੇ ਗੁਰਜੀਤ ਔਜਲਾ ਦੀ ਡੀਜੀਪੀ ਨੂੰ ਲਿਖੀ ਚਿੱਠੀ ਤੇ ਸਿਆਸਤ ਗਰਮਾ ਗਈ ਹੈ। ਵਿਰੋਧੀਆਂ ਨੇ ਔਜਲਾ ਦੇ ਬਹਾਨੇ ਕਾਂਗਰਸ ਸਰਕਾਰ ਨੂੰ ਘੇਰਿਆ ਤੇ ਸੀਐਮ ਚੰਨੀ ਤੋਂ ਸਵਾਲ ਪੁੱਛੇ ਜਾ ਰਹੇ ਨੇ। ਗੁਰਜੀਤ ਔਜਲਾ ਦੀ ਡੀਜੀਪੀ ਨੂੰ ਲਿਖੀ ਚਿੱਠੀ ਨੇ ਸਿਆਸਤ ਨੂੰ ਭਾਂਬੜ ਬਣਾ ਦਿੱਤਾ ਹੈ। ਚੋਣਾਂ ਤੋਂ ਬਾਅਦ ਆਈ ਇਹ ਚਿੱਠੀ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਲਿਖੀ ਤਾਂ ਕਾਂਗਰਸ ਲਈ ਗਲੇ ਦੀ ਹੱਡੀ ਬਣ ਗਈ। ਵਿਰੋਧੀਆਂ ਹੱਥ ਚਿੱਠੀ ਲੱਗੀ ਤਾਂ ਉਹਨਾਂ ਦੇ ਪੈਰਾਂ ਹੇਠ ਬਟੇਰ ਆ ਗਿਆ। ਕਾਂਗਰਸ ਖਾਸ ਕਰਕੇ ਮੁੱਖ ਮੰਤਰੀ ਚੰਨੀ ਨੂੰ ਘੇਰਨ ਲੱਗੇ। ਭਾਜਪਾ ਲੀਡਰ ਮਨਜਿੰਦਰ ਸਿੰਘ ਸਿਰਸਾ ਔਜਲਾ ਸਣੇ ਮੁੱਖ ਮੰਤਰੀ ਚੰਨੀ ਤੇ ਰੱਜ ਕੇ ਵਰੇ ਨੇ। ਡੀਜੀਪੀ ਕੀ ਕਰੂਗਾ? ਸਿੱਧਾ ਤਰੀਕੇ ਨਾਲ ਸੀਐਮ ਦਾ ਨਾਮ ਨਹੀਂ ਲੈ ਰਹੇ, ਬਸ ਗੋਲਮੋਲ ਤਰੀਕੇ ਨਾਲ ਡੀਜੀਪੀ ਦਾ ਨਾਮ ਲੈ ਰਹੇ ਨੇ। ਦੇਖੋ ਸਰਕਾਰ ਮੈਂ ਦੱਸ ਰਿਹਾ ਵੀ ਗੁਰਜੀਤ ਔਜਲਾ ਤੇ ਫੈਸਲਾ ਤੇ ਮੁੱਖ ਮੰਤਰੀ ਨੇ ਲੈਣਾ ਹੈ ਨਾ। ਡੀਜੀਪੀ ਦੇ ਜਿਹੜਾ ਲਾਅ ਐਂਡ ਆਰਡਰ ਦਾ ਇਹ ਕੰਮ ਆ, ਜਿਹੜੇ ਨਸ਼ਿਆਂ ਦਾ ਕੰਮ ਹੈ, ਠੋਕ-ਠਾਮ ਕਿਹਨੇ ਲਾਉਣੀ ਹੈ? ਇੱਕ ਸਰਕਾਰ ਨੇ, ਇੱਕ ਜ਼ਿੰਮੇਵਾਰੀ ਸਰਕਾਰ ਦੀ ਆ। ਗੁਰਜੀਤ ਔਜਲਾ ਇਨਡਾਇਰੈਕਟ ਤਰੀਕੇ ਨਾਲ ਅਟੈਕ ਚੰਨੀ ਤੇ ਕਰ ਰਹੇ, ਨਾਮ ਡੀਜੀਪੀ ਦਾ ਲੈ ਰਹੇ ਨੇ। ਇਹ ਤੇ ਗੱਲ ਬੜੀ ਕਲੀਅਰ ਆ। ਚਿੱਠੀ ਕਾਂਗਰਸੀ ਸੰਸਦ ਮੈਂਬਰ ਦੀ ਸੀ ਤਾਂ ਅਕਾਲੀ ਦਲ ਕਿਵੇਂ ਚੁੱਪ ਪੈਂਦਾ? ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਨੇ ਕਾਂਗਰਸ ਦੇ ਨਾਲ ਗੁਰਜੀਤ ਔਜਲਾ ਦੀ ਨੀਤੀ ਅਤੇ ਨੀਅਤ ਤੇ ਸਵਾਲ ਚੁੱਕੇ ਨੇ। ਰੱਖੜਾ ਮੁਤਾਬਕ ਔਜਲਾ ਪੁਲਿਸ ਤੇ ਇਲਜ਼ਾਮ ਲਾ ਕੇ ਸਿਰਫ ਖਾਨਾ ਪੂਰਤੀ ਕਰ ਰਹੇ ਨੇ, ਜਦਕਿ ਜੇਕਰ ਪੁਲਿਸ ਨੂੰ ਖੁੱਲ੍ਹ ਦਿੱਤੀ ਜਾਂਦੀ ਤਾਂ ਨਸ਼ਾ ਕਦੋਂ ਦਾ ਖਤਮ ਹੋ ਜਾਂਦਾ। ਮਾੜੀ ਸਰਕਾਰ ਵੀ ਉਹਨਾਂ ਦੀ ਹੈ, ਸਾਰਾ ਕੁਝ ਉਹਨਾਂ ਦਾ ਹੈ ਤੇ ਉਹ ਆਪਣੀ ਸਰਕਾਰ ਦੇ ਖਿਲਾਫ ਧਰਨਾ ਦੇਣ। ਪੰਜਾਬ ਪੁਲਿਸ ਕਿਹਦੀ ਹੈ? ਪੰਜਾਬ ਸਰਕਾਰ ਦੀ ਹੈ। ਪੰਜਾਬ ਸਰਕਾਰ ਦੇ ਖਿਲਾਫ ਧਰਨਾ ਦੇਣ, ਆਪਣੇ ਖਿਲਾਫ ਧਰਨਾ ਦੇਣ। ਪੰਜਾਬ ਪੁਲਿਸ ਜੇ ਕਰਨੀ ਚਾਹੇ ਤਾਂ ਕਰ ਸਕਦੀ ਹੈ, ਪਰ ਜੇ ਉਹਨਾਂ ਨੂੰ ਫ੍ਰੀ ਹੈਂਡ ਦਈਏ ਤਾਂ। ਜੇ ਆਪਾਂ ਹਰ ਗੱਲ ਦੇ ਉੱਤੇ ਰੋਕਾ ਟੋਕੀ ਕਰਨੀ ਹੈ, ਜਿਹੇ ਜੀ ਦੇਖੋ ਬੀਜੋਗੇ ਉਹ ਜਿਹਾ ਵੱਢੋਗੇ। ਜੇ ਤੁਸੀਂ ਮਨ ਬਣਾ ਲਓਗੇ ਕਿ ਵੀ ਅਸੀਂ ਨਸ਼ਾ ਖਤਮ ਕਰਨਾ ਤਾਂ ਨਸ਼ਾ ਖਤਮ ਹੋ ਜਾਊਗਾ। ਉਧਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਜੋ ਇਲਜ਼ਾਮ ਉਹ ਪਿਛਲੇ 5 ਸਾਲਾਂ ਤੋਂ ਲਾਉਂਦੇ ਆ ਰਹੇ ਨੇ, ਔਜਲਾ ਦੀ ਚਿੱਠੀ ਨੇ ਉਹਨਾਂ ਇਲਜ਼ਾਮਾਂ ਤੇ ਪੱਕੀ ਮੋਹਰ ਲਾ ਦਿੱਤੀ ਹੈ। ਚਿੱਟੇ ਦੇ ਲਈ ਇਹਦੇ ਖਿਲਾਫ ਅਸੀਂ ਹਰ ਫੋਰਮ ਤੇ ਆਵਾਜ਼ ਉਠਾਈ ਹੈ, ਲੇਕਿਨ ਕਾਂਗਰਸ ਔਰ ਉੱਥੋਂ ਦੀ ਸਰਕਾਰ, ਪੰਜਾਬ ਦੀ ਸਰਕਾਰ ਨੇ ਕਦੇ ਇਹਦੇ ਵੱਲ ਧਿਆਨ ਨਹੀਂ ਦਿੱਤਾ। ਅੱਜ ਉਸ ਗੱਲ ਤੇ ਮੋਹਰ ਲਾ ਦਿੱਤੀ। ਸਾਡੇ ਐਮਪੀ ਸਾਹਿਬ ਜਿਹੜੇ ਮਿਸਟਰ ਔਜਲਾ ਨੇ, ਉਹਨਾਂ ਦੇ ਇੱਕ ਪੱਤਰ ਨੇ ਕਿ ਹੁਣ ਤੁਹਾਨੂੰ ਯਾਦ ਆਇਆ ਔਜਲਾ ਸਾਹਿਬ, ਹੁਣ ਤੁਸੀਂ ਜਾਗੇ ਹੋ। ਪੰਜਾਬ ਦੇ ਅੰਦਰ ਜਿਹੜੀ ਕੋਈ ਸੱਟੇ ਦੀ ਗੱਲ ਕਰਦੇ, ਚਿੱਟੇ ਦੀ ਗੱਲ ਕਰਦੇ, ਤਾਂ ਸ਼ਰੇਆਮ ਹੈ ਔਰ ਇਹਨੂੰ ਬੰਦ ਕਰਨ ਦੇ ਲਈ ਹੀ ਲੋਕਾਂ ਨੇ ਕਾਂਗਰਸ ਦੇ ਉਲਟ ਫਤਵਾ ਦਿੱਤਾ ਔਰ ਇਹਦਾ ਰਿਜ਼ਲਟ 10 ਤਰੀਕ ਨੂੰ ਆ ਜਾਏਗਾ। ਲੇਕਿਨ ਸ਼ੁਕਰ ਹੈ ਤੁਸੀਂ ਇਹ ਗੱਲ ਮੰਨੇ ਤਾਂ ਸਹੀ। ਖੈਰ ਸਿਆਸਤ ਦਾ ਗਰਮਾਉਣਾ ਲਾਜ਼ਮੀ ਸੀ, ਪਰ ਵਿਰੋਧੀਆਂ ਅਤੇ ਆਪਣਿਆਂ 'ਚ ਕਾਂਗਰਸ ਬੁਰੀ ਤਰ੍ਹਾਂ ਘਿਰਦੀ ਨਜ਼ਰ ਆ ਰਹੀ ਹੈ। ਨਸ਼ੇ ਦਾ ਮੁੱਦਾ ਜਿਉਂਦਾ ਤਿਉਂ ਖੜਾ ਹੈ, ਪਰ ਵਿਰੋਧੀਆਂ ਸਣੇ ਪੰਜਾਬ ਦੇ ਲੋਕ ਕਾਂਗਰਸ ਤੋਂ ਵਾਰ-ਵਾਰ ਜਵਾਬ ਮੰਗ ਰਹੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਹੁਣ ਗੱਲ ਡੇਰਾ ਸੱਚਾ ਸੌਦਾ ਮੁਖੀ ਦੀ। ਫਰਲੋ ਤੇ ਜੇਲ੍ਹ ਤੋਂ ਬਾਹਰ ਆਏ ਗੁਰਮੀਤ ਰਾਮ ਰਹੀਮ ਨੂੰ Z+ ਸੁਰੱਖਿਆ ਦੇਣ ਨੂੰ ਲੈ ਕੇ ਹਰਿਆਣਾ ਸਰਕਾਰ 'ਚ ਵੀ ਇੱਕ ਰਾਏ ਨਹੀਂ ਹੈ। ਮੁੱਖ ਮੰਤਰੀ ਕੁਝ ਹੋਰ ਬਿਆਨ ਦੇ ਰਹੇ ਨੇ ਤੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਕੁਝ ਹੋਰ ਬਿਆਨ ਦੇ ਰਹੇ ਨੇ। ਰਿਪੋਰਟ ਦਿਖਾਓ। ਗੁਰਮੀਤ ਰਾਮ ਰਹੀਮ ਨੂੰ ਮਿਲੀ ਫਰਲੋ ਦਾ ਕਿਸ ਪਾਰਟੀ ਨੂੰ ਫਾਇਦਾ ਹੋਇਆ ਜਾਂ ਨੁਕਸਾਨ, ਇਹ ਤਾਂ 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਦਿਨ ਪਤਾ ਲੱਗੇਗਾ। ਪਰ ਫਰਲੋ ਤੋਂ ਬਾਅਦ ਤੋਂ ਡੇਰਾ ਮੁਖੀ ਸੁਰੱਖਿਆ ਦੇ ਵਿੱਚ ਹੈ। ਹੁਣ ਰਾਮ ਰਹੀਮ ਨੂੰ Z+ ਸੁਰੱਖਿਆ ਦੇਣ ਦੇ ਉੱਤੇ ਹਰਿਆਣਾ ਸਰਕਾਰ ਦੇ ਵਿੱਚ ਤਕਰਾਰ ਦੀ ਸਥਿਤੀ ਬਣ ਗਈ ਹੈ। ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ ਖਾਲਿਸਤਾਨੀਆਂ ਤੋਂ ਜਾਨ ਦਾ ਖਤਰਾ ਦੱਸਿਆ ਅਤੇ ਰਾਮ ਰਹੀਮ ਨੂੰ Z+ ਸੁਰੱਖਿਆ ਦੇ ਦਿੱਤੀ ਗਈ। जो सिक्योरिटी है उसका फरलो से या जेल से वैसा संबंध नहीं है। व्यक्ति को कितना यानी उसकी सिक्योरिटी थ्रेट है उसके हिसाब से उसको सिक्योरिटी दी जाती है। कैदी कैद के अंदर रहे या फरलो पर बाहर आए, उसकी सुरक्षा करना भी सरकार का दायित्व है। कैदी को एक कैद हो गई है, उसको उसकी दोष की सज़ा मिल गई है कि वो कन्फाइंड रहेगा, जेल के अंदर रहेगा। जेल के अंदर रहेगा तो वहाँ की सिक्योरिटी अलग टाइप की है। लेकिन फरलो का जिसको अधिकार है और उसने अपने उस अधिकार के पूर्वक फरलो प्राप्त की है, तो जेल से जब बाहर आता है और जब तक उसको सिक्योरिटी थ्रेट है तब तक सिक्योरिटी देना हमारा काम है। कोई उन्होंने डिमांड की ऐसा नहीं है। वो हमने चूँकि बाहर आया और हमारे पास ऐसे इनपुट्स हैं कि इनकी सुरक्षा की ज़रूरत आज भी उतनी है जितनी ये जेल में गए थे उससे पहले थी। ਹਰਿਆਣਾ ਦੇ ਮੁੱਖ ਮੰਤਰੀ ਨੂੰ ਰਾਮ ਰਹੀਮ ਨੂੰ ਦਿੱਤੀ ਗਈ ਸੁਰੱਖਿਆ ਦੀ ਪੂਰੀ ਜਾਣਕਾਰੀ ਹੈ, ਪਰ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਸੁਰੱਖਿਆ ਦੇ ਬਾਰੇ ਕੁਝ नहीं पता। चाहे उनको Z+ सिक्योरिटी जो है वो देनी चाहिए हरियाणा सरकार। मेरी जानकारी में तो नहीं है, ना मेरे पास कोई ऐसी फाइल आई है, ना मैंने सुना ऐसा कुछ।
लेकिन एडीजीपी लॉ एंड ऑर्डर रिपोर्ट आई है इंटेलिजेंस से कि इनको खालिस्तानी का, तो कहीं ना कहीं लगता है कि नहीं, मेरे पास ऐसी कोई रिपोर्ट नहीं आई, मेरे थ्रू ऐसी फाइल कोई रूट नहीं हुई है, इसलिए मुझे कोई जानकारी नहीं। खैर किसी ਨੂੰ ਵੀ Z+ ਕੈਟਾਗਰੀ ਦੀ ਸੁਰੱਖਿਆ ਦੇਣਾ ਕੇਂਦਰ ਦਾ ਵਿਸ਼ਾ ਹੈ, ਪਰ ਇਸ ਮਾਮਲੇ 'ਚ ਹਰਿਆਣਾ ਸਰਕਾਰ ਦੇ ਵਿੱਚ ਤਕਰਾਰ ਦੀ ਸਥਿਤੀ ਕਿਉਂ ਹੈ, ਇਹ ਗੱਲ ਸਮਝ ਤੋਂ ਪਰੇ ਹੈ। ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਫਿਲਹਾਲ ਫਰਲੋ ਤੇ ਬਾਹਰ ਚੱਲ ਰਿਹਾ ਹੈ। 7 ਫਰਵਰੀ ਨੂੰ ਹਰਿਆਣਾ ਜੇਲ੍ਹ ਪ੍ਰਸ਼ਾਸਨ ਨੇ ਰਾਮ ਰਹੀਮ ਦੀ 3 ਹਫ਼ਤਿਆਂ ਦੀ ਫਰਲੋ ਮਨਜ਼ੂਰ ਕੀਤੀ ਸੀ, ਜਿਸ ਤੋਂ ਬਾਅਦ ਸਿਆਸੀ ਘਮਸਾਣ ਵੀ ਜਾਰੀ ਹੈ। ਪੰਚਕੂਲਾ ਤੋਂ ਤਾਰਾ ਠਾਕੁਰ ਤੇ ਅੰਬਾਲਾ ਤੋਂ ਕ੍ਰਿਸ਼ਨ ਬਾਲੀ, ਨਿਊਜ਼ 18 ਪੰਜਾਬ। ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਹਾਰਡਕੋਰ ਅਪਰਾਧੀ ਹੈ ਜਾਂ ਨਹੀਂ, ਹੁਣ ਹਾਈ ਕੋਰਟ ਇਹ ਵੀ ਤੈਅ ਕਰੇਗੀ, ਜਿਸ ਤੋਂ ਬਾਅਦ ਇਹ ਫੈਸਲਾ ਹੋਏਗਾ ਕਿ ਰਾਮ ਰਹੀਮ ਨੂੰ ਫਰਲੋ ਮਿਲਣੀ ਚਾਹੀਦੀ ਸੀ ਜਾਂ ਨਹੀਂ। ਮਾਮਲੇ ਦੀ ਅਗਲੀ ਸੁਣਵਾਈ ਹੁਣ 25 ਫਰਵਰੀ ਨੂੰ ਹੋਣੀ ਹੈ। ਰਾਮ ਰਹੀਮ ਦੀ ਫਰਲੋ ਤੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਦੇ ਕੇ ਜਵਾਬ ਮੰਗਿਆ ਸੀ। ਪੁੱਛਿਆ ਸੀ ਕਿ ਕਿਸ ਆਧਾਰ ਤੇ ਰਾਮ ਰਹੀਮ ਨੂੰ ਫਰਲੋ ਦਿੱਤੀ ਗਈ ਹੈ, ਜਿਸ ਤੇ ਹਰਿਆਣਾ ਸਰਕਾਰ ਨੇ ਜਵਾਬ ਵਿੱਚ ਕਿਹਾ ਕਿ ਗੁਰਮੀਤ ਰਾਮ ਰਹੀਮ ਸਿੱਧੇ ਤੌਰ ਤੇ ਕਤਲ ਦੇ ਮਾਮਲੇ 'ਚ ਸ਼ਾਮਿਲ ਨਹੀਂ ਹੈ, ਇਸ ਲਈ ਉਹ ਹਾਰਡਕੋਰ ਕ੍ਰਿਮੀਨਲ ਦੀ ਕੈਟਾਗਰੀ ਵਿੱਚ ਨਹੀਂ ਆਉਂਦਾ। ਸਰਕਾਰ ਦੇ ਜਵਾਬ ਤੇ ਹਾਈ ਕੋਰਟ ਨੇ ਕਿਹਾ ਕਿ ਸਰਕਾਰ ਅਜਿਹੀ ਕੋਈ ਜਜਮੈਂਟਸ ਪੇਸ਼ ਕਰਨ ਜਿਸ ਦੇ ਨਾਲ ਇਹ ਸਾਬਤ ਹੋ ਸਕੇ ਕਿ ਰਾਮ ਰਹੀਮ ਨੂੰ ਹਾਰਡਕੋਰ ਕ੍ਰਿਮੀਨਲ ਨਹੀਂ ਮੰਨਿਆ ਜਾ ਸਕਦਾ। ਲਿਹਾਜ਼ਾ ਹੁਣ ਇਸ ਮਾਮਲੇ ਵਿੱਚ ਹਾਈ ਕੋਰਟ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ। ਦੱਸੀ ਕਿ ਡੇਰਾ ਮੁਖੀ ਨੂੰ ਦਿੱਤੀ ਗਈ ਫਰਲੋ ਦੇ ਖਿਲਾਫ ਪਟਿਆਲਾ ਦੇ ਭਾਦਸੋਂ ਦੇ ਵਸਨੀਕ ਪਰਮਜੀਤ ਸਿੰਘ ਸਹੋਲੀ ਨੇ ਹਾਈ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਸੀ। ਦਲੀਲ ਇਹ ਦਿੱਤੀ ਗਈ ਸੀ ਕਿ ਰਾਮ ਰਹੀਮ ਨੂੰ ਪਹਿਲਾਂ ਹੀ ਕਈ ਸੰਗੀਨ ਜੁਰਮ ਦਾ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਸ ਦੇ ਖਿਲਾਫ ਕੁਝ ਹੋਰ ਅਪਰਾਧਕ ਮਾਮਲੇ ਹਜੇ ਅਦਾਲਤਾਂ ਵਿੱਚ ਚੱਲ ਰਹੇ ਨੇ। ਇਸ ਦੇ ਬਾਵਜੂਦ ਹਰਿਆਣਾ ਸਰਕਾਰ ਨੇ ਡੇਰਾ ਮੁਖੀ ਨੂੰ ਫਰਲੋ ਦਿੱਤੀ, ਉਹ ਵੀ ਚੋਣਾਂ ਤੋਂ ਪਹਿਲਾਂ, ਜਿਸ ਤੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਸੀ। ਬਹਰਹਾਲ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਰਾਮ ਰਹੀਮ ਦੀ ਫਰਲੋ ਅਤੇ Z+ ਸਿਕਿਉਰਿਟੀ ਨੂੰ ਲੈ ਕੇ ਤਾਂ ਪਹਿਲਾਂ ਹੀ ਰੌਲਾ ਪਿਆ ਹੋਇਆ ਸੀ, ਤੇ ਹੁਣ ਰਾਮ ਰਹੀਮ ਦੇ ਹਾਰਡਕੋਰ ਕ੍ਰਿਮੀਨਲ ਹੋਣ ਤੇ ਨਵੀਂ ਬਹਿਸ ਸ਼ੁਰੂ ਹੋ ਚੁੱਕੀ ਹੈ। ਉਮੇਸ਼ ਸ਼ਰਮਾ, ਨਿਊਜ਼ 18 ਪੰਜਾਬ। ਤੇ ਹਾਈ ਕੋਰਟ ਨੇ ਗੁਰਮੀਤ ਰਾਮ ਰਹੀਮ ਤੇ ਫੈਸਲਾ ਕਰਨਾ ਹੈ ਕਿ ਉਹ ਕਿਸ ਕੈਟਾਗਰੀ ਦਾ ਅਪਰਾਧੀ ਹੈ, ਪਰ ਬੀਜੇਪੀ ਆਗੂ ਹਰਜੀਤ ਗਰੇਵਾਲ ਦਾ ਮੰਨਣਾ ਹੈ ਕਿ ਡੇਰਾ ਮੁਖੀ ਕੋਈ ਹਾਰਡਕੋਰ ਅਪਰਾਧੀ ਨਹੀਂ, ਇਸ ਲਈ ਉਸ ਨੂੰ ਫਰਲੋ ਮਿਲੀ ਹੈ ਤੇ Z+ ਸੁਰੱਖਿਆ ਵੀ ਤਾਂ ਹੀ ਦਿੱਤੀ ਗਈ ਹੈ। Z+ ਤਾਂ ਕੋਈ ਵੀ ਜਿਹਨੂੰ ਥ੍ਰੈਟ ਪਰਸੈਪਸ਼ਨ ਹੁੰਦਾ ਵਿਅਕਤੀ ਨੂੰ, ਉਸ ਨੂੰ ਦਿੱਤੀ ਜਾਂਦੀ ਆ, ਉਸੇ ਲੈਵਲ ਦੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਦੇਖ ਕੇ। ਤੇ ਕਿਸੇ ਨੂੰ ਇਹ ਥੋੜਾ ਕਿ ਆਤੰਕਵਾਦੀਆਂ ਦੇ ਮਾਰਨ ਲਈ ਛੱਡ ਦਿੱਤਾ ਜਾਂਦਾ ਤੇ ਖਾਲਿਸਤਾਨੀਆਂ ਦੇ ਮਾਰਨ ਲਈ, ਉਹਨਾਂ ਨੂੰ ਖਤਰਾ ਹੈਗਾ, ਥ੍ਰੈਟ ਪਰਸੈਪਸ਼ਨ ਹੈ, ਇਸ ਵਜ੍ਹਾ ਕਰਕੇ ਮਿਲੀ ਹੈ। ਮੇਰਾ ਖਿਆਲ ਇਹ ਤੇ ਕਿੰਤੂ ਪਰੰਤੂ ਕਰਨਾ ਠੀਕ ਨਹੀਂ ਹੈ। ਤੇ ਉਧਰ ਗੁਰਮੀਤ ਰਾਮ ਰਹੀਮ ਨੂੰ ਮਿਲੀ ਫਰਲੋ ਤੇ ਉਸ ਤੋਂ ਬਾਅਦ ਮਿਲੀ ਸੁਰੱਖਿਆ ਤੇ SGPC ਨੇ ਵੀ ਸਵਾਲ ਚੱਕੇ ਨੇ। ਆਪ ਜੁਰਮੀ ਹੋਵੇ, ਜੁਰਮੀ ਕਹਿਣ ਦਾ ਭਾਵ ਜਿਹਨੂੰ ਕੋਰਟ ਨੇ ਗਿਲਟੀ ਹੋਲਡ ਕੀਤਾ, ਗਿਲਟੀ ਹੋਲਡ ਨਹੀਂ ਕੀਤਾ, ਸਜ਼ਾ ਵੀ ਦੇ ਦਿੱਤੀ ਔਰ ਸਜ਼ਾ ਵੀ ਘਿਨਾਉਣਿਆਂ ਜੁਰਮਾਂ ਦੇ ਵਿੱਚ ਦਿੱਤੀ। ਤੇ ਅਸੀਂ ਤਾਂ ਪਹਿਲਾਂ ਵੀ ਉਹਦਾ ਵਿਰੋਧ ਕੀਤਾ ਸੀ ਵੀ ਜੇ ਗੁਰੂ ਕੇ ਸਿੱਖ ਜਿਹੜੇ 37 ਸਾਲ ਤੋਂ ਸਾਡੇ ਪੁਰਾਣੇ ਬੱਚੇ ਜਿਹੜੇ ਵੀਰ ਸਾਡੇ ਹੁੰਦੇ ਸੀ, ਉਹ ਅੱਜ ਬਜ਼ੁਰਗ ਹੋ ਗਏ ਜੇਲ੍ਹਾਂ ਦੇ ਵਿੱਚ, ਉਹਨਾਂ ਨੂੰ ਤਾਂ ਜੇ ਅਸੀਂ ਪਰੋਲ ਲੈਣੀ ਰਾਜੋਆਣੇ ਦੀ ਤਾਂ 1 ਘੰਟੇ ਦੇ ਸਾਨੂੰ ਹਾਈ ਕੋਰਟ 'ਚ ਵਕੀਲ ਕਰਨੇ ਪੈਂਦੇ ਆ, ਉਹ ਵੀ ਪਰੋਲ ਨਹੀਂ ਦਿੱਤੀ ਗਈ, ਉਹ ਕੇਵਲ 1 ਘੰਟੇ ਦੀ ਛੁੱਟੀ ਦਿੱਤੀ ਗਈ, ਪੁਲਿਸ ਵਿਦ ਸਿਕਿਉਰਿਟੀ ਉਹ ਆਏ। ਤੇ ਇਹਨਾਂ ਨੂੰ 3 ਸਾਲਾਂ ਦੇ ਬਾਅਦ ਹੀ ਆਪਾਂ ਅੱਜ ਪਰੋਲ ਤੇ ਰਿਹਾ ਕਰ ਰਹੇ ਹਾਂ। ਇਹ ਮੈਂ ਸਮਝਦਾ ਇੱਕ ਸਮਾਜ ਲਈ ਵੀ ਤੇ ਇਹ ਸਾਰਿਆਂ ਲਈ ਸਾਡੇ ਲਈ ਇੱਕ ਚੰਗਾ ਸੰਦੇਸ਼ ਨੇ। ਫਿਰ Z ਸਿਕਿਉਰਿਟੀ ਜਿਹੜੀ ਦੇਣੀ, ਜਿਹੜੇ ਬੰਦੇ ਨੇ ਅੰਦਰ ਹੀ ਰਹਿਣਾ ਉਹਨੂੰ Z ਸਿਕਿਉਰਿਟੀ ਦੀ ਕੀ ਲੋੜ ਆ, ਕਿਉਂਕਿ ਜਿਹਦੇ ਕੁਝ ਆਦੇਸ਼ ਸੀਗੇ। ਸੋ ਮੈਨੂੰ ਲੱਗਦਾ ਇਹਦੇ ਪਿੱਛੇ ਵੀ ਕੋਈ ਹੋਰ ਉਹਨਾਂ ਦੇ ਸਰਕਾਰ ਇਹ ਦੱਸ ਸਕਦੀ ਕੀ ਇਹਦਾ ਕਾਰਨ ਹੈ।